ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਸਮੁੱਚੀ ਸਿੱਖ ਸੰਗਤ ਨੂੰ ਮੇਰੇ ਵੱਲੋਂ ਜਾਣੀ ਕਿ ਦਿਲਬਾਗ ਸਿੰਘ ਧਾਰੀਵਾਲ ਵੱਲੋਂ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀ ਸਿੱਖ ਸੰਗਤ ਦੇ ਸਾਹਮਣੇ ਅਸੀਂ ਫਿਰ ਵਿਸ਼ੇਸ਼ ਵਿਚਾਰ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਅੱਜ ਦਾ ਮੁੱਖ ਵਿਸ਼ਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਰੂਪ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਬਣਾਉਣ ਦੀ ਕਿਉਂ ਲੋੜ ਪਈ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਪੰਥ ਨੂੰ ਕੀ ਦੇਣ ਹੈ। ਇਹਨਾਂ तमाम ਸਵਾਲਾਂ ਦੇ ਉੱਤੇ ਅਸੀਂ ਜਿਹੜਾ ਵਿਚਾਰ ਚਰਚਾ ਕਰਾਂਗੇ, ਜਿਸ ਵਿੱਚ ਮੇਰਾ ਸਾਥ ਦੇ ਰਹੇ ਨੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਜਗਜੀਤ ਸਿੰਘ ਜੀ ਅਹਿਮਦਪੁਰ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ 'ਤੇ ਜੀ ਆਇਆਂ ਧੰਨਵਾਦ ਕਰਦਾ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜੋ ਸਿੱਖਾਂ ਦਾ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਹੈ, ਜਿਸ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬਣਾਉਣਾ ਕੀਤਾ ਹੈ, ਮੈਂ ਤੁਹਾਡੇ ਨਾਲ ਵਿਚਾਰ ਚਰਚਾ ਦੇ ਵਿੱਚ ਉਸ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਹੋਂਦ ਬਾਰੇ ਜਾਣਨਾ ਚਾਹੁੰਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਕੀ ਸਰੂਪ ਹੈ, ਇਹਦੇ ਬਾਰੇ ਆਪਣੇ ਵਿਚਾਰ ਸਿੱਖ ਸੰਗਤਾਂ ਸਾਹਮਣੇ ਰੱਖੋ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਸ ਵਿਸ਼ੇਸ਼ ਵਿਚਾਰ ਚਰਚਾ ਪ੍ਰੋਗਰਾਮ ਵਿੱਚ ਆਉਣ ਦਾ ਸੱਦਾ ਦਿੱਤਾ। ਜਦੋਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ 3 ਸਾਲ ਬਾਅਦ ਉਹਨਾਂ ਦੇ ਇਕਲੌਤੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਣਾਇਆ। ਸ਼੍ਰੀ ਅਕਾਲ ਤਖਤ ਸਾਹਿਬ ਇਹ ਅਸਲ ਵਿੱਚ 3 ਸ਼ਬਦਾਂ ਦਾ ਸੁਮੇਲ ਹੈ। ਠੀਕ ਹੈ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰੂਪ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹਨਾਂ 3 ਸ਼ਬਦਾਂ ਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਇਹ 3 ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਆਏ ਹਨ। ਸ਼੍ਰੀ ਸ਼ਬਦ ਭੱਟ ਗਿਆਦ ਜੀ ਨੇ ਆਪਣੀ ਰਚਨਾ ਦੇ ਵਿੱਚ ਵਰਤਿਆ ਹੈ। ਉਹ ਲਿਖਦੇ ਹਨ, ਸ਼੍ਰੀ ਗੁਰੂ, ਸ਼੍ਰੀ ਗੁਰੂ, ਸ਼੍ਰੀ ਗੁਰੂ ਸਤ ਜੀਓ। ਸ਼੍ਰੀ ਦਾ ਮਤਲਬ ਹੁੰਦਾ ਹੈ ਵੱਡਾ। ਅਕਾਲ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਇਆ ਹੈ। ਅਕਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਦੇ ਵਿੱਚ ਵਰਤਿਆ ਹੈ, ਜਿੱਥੋਂ ਸ਼ੁਰੂਆਤ ਹੁੰਦੀ ਹੈ ਜਪਜੀ ਸਾਹਿਬ ਦੀ ਬਾਣੀ ਦੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ। ਹੁਣ ਅਕਾਲ ਸ਼ਬਦ ਦਾ ਜਿਹੜਾ ਅਰਥ ਹੈ, ਅਕਾਲ ਸਮੇਂ ਦੇ ਪ੍ਰਭਾਵ ਤੋਂ ਰਹਿਤ। ਅਕਾਲ ਸ਼ਬਦ ਦੇ ਅਰਥ ਇਹ ਵੀ ਨੇ ਕਿ ਜਿਹੜਾ ਮੌਤ ਤੋਂ ਰਹਿਤ ਹੈ, ਜਿਹਨੂੰ ਮੌਤ ਨਹੀਂ ਆਉਂਦੀ, ਉਹ ਜਗ੍ਹਾ ਜਿੱਥੇ ਜਾ ਕੇ ਬੰਦੇ ਨੂੰ ਜ਼ਿੰਦਗੀ ਬਖਸ਼ਿਸ਼ ਹੁੰਦੀ ਹੈ। ਬਿਲਕੁਲ ਜੀ। ਹੁਣ ਤਖਤ ਸ਼ਬਦ ਵੀ ਵੱਖ-ਵੱਖ ਰੂਪਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਇਆ ਹੈ। ਬਿਲਕੁਲ। ਤਖਤ ਔਂਕੜ ਦੇ ਨਾਲ ਵੀ ਆਇਆ ਹੈ, ਤਖਤ ਦਾ ਤੱਤਾ ਮੁਕਤਾ ਵੀ ਆਇਆ ਹੈ, ਤਖਤ ਸ਼ਬਦ ਸਿਹਾਰੀ ਦੇ ਨਾਲ ਵੀ ਆਇਆ ਹੈ। ਠੀਕ ਹੈ ਜੀ। ਹੁਣ ਤਖਤ ਦਾ ਅਰਥ ਰਾਜ ਤੇ ਸਿੰਘਾਸਨ ਹੈ। ਤਖਤ ਦਾ ਅਰਥ ਗੱਦੀ ਵੀ ਹੈ। ਠੀਕ ਹੈ। ਤਖਤ ਦਾ ਅਰਥ ਉੱਚੀ ਪਦਵੀ ਵੀ ਹੈ। ਹੁਣ ਇਹਨਾਂ ਸਮੁੱਚੇ ਸ਼ਬਦਾਂ ਦਾ ਜਦੋਂ ਅਸੀਂ ਅਰਥ ਕਰਦੇ ਹਾਂ, ਤੇ ਅਰਥ ਇਹ ਹੈ ਕਿ ਉਹ ਤਖਤ ਜਿਹੜਾ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਜੇ ਅਸੀਂ ਸਿਧਾਂਤਕ ਤੌਰ ਉੱਤੇ ਅਰਥ ਕਰਾਂਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਕਿਸੇ ਬਿਲਡਿੰਗ ਦਾ ਨਾਮ ਨਹੀਂ ਹੈ। ਬਿਲਕੁਲ। ਇੱਕ ਬਿਲਡਿੰਗ ਵੀ ਅਕਾਲ ਤਖਤ ਸਾਹਿਬ ਹੋ ਸਕਦੀ ਹੈ, ਪਰ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਸਿਧਾਂਤ ਹੈ। ਸਿਧਾਂਤ ਹੈ। ਜੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਕਾਇਮ ਰੱਖਾਂਗੇ ਤੇ ਅਸੀਂ ਉਹਦੇ ਸਰੂਪ ਨੂੰ ਜਿਹੜਾ ਸਹੀ ਰੂਪ ਦੇ ਅੰਦਰ ਸੰਗਤਾਂ ਸਾਹਮਣੇ ਰੱਖ ਸਕਦੇ ਹਾਂ। ਤੇ ਜਿੰਨਾ ਚਿਰ ਤੱਕ ਅਸੀਂ ਉਹਦੇ ਸਿਧਾਂਤ ਨੂੰ ਨਾ ਸਮਝਾਂਗੇ ਤੇ ਅਸੀਂ ਭੁਲੇਖਾ ਖਾ ਜਾਵਾਂਗੇ ਵੀ ਇੱਕ ਬਿਲਡਿੰਗ ਜਿਹੜੀ ਉਹ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਅਕਾਲ ਦਾ ਤਖਤ ਹੈ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨੂੰ ਬਣਾਇਆ ਹੈ ਤੇ ਛੋਟਾ ਜਿਹਾ ਥੜਾ ਸੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਦਾ ਜਿਹੜਾ ਰੂਪ ਹੈ ਉਹ ਛੋਟਾ ਜਿਹਾ ਥੜਾ ਸੀ। ਇਸ ਥੜੇ ਤੋਂ ਬਾਅਦ ਇਹਦਾ ਵੱਡਾ ਜਿਹੜੀ ਅੱਜ ਸ਼ਕਲ ਸਾਨੂੰ ਮਿਲਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ, ਸਿੱਖ ਕੌਮ ਦੀਆਂ ਜਿਹੜੀਆਂ ਸਰਮੋੜ ਪੰਥ ਸ਼ਖਸੀਅਤਾਂ ਸਨ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ। ਠੀਕ ਹੈ ਜੀ। ਇਹ ਉਹਨਾਂ ਦੀ ਨਿਗਰਾਨੀ ਵਿੱਚ ਬਣਿਆ। ਠੀਕ ਹੈ ਜੀ। ਇੱਕ ਦੋ ਵਾਰੀ ਇਹਦੀ ਜਿਹੜੀ ਇਮਾਰਤ ਹੈ ਢੱਠੀ ਵੀ ਹੈ। ਇਹ 2-3 ਵਾਰੀ ਇਮਾਰਤ ਬਣੀ ਹੈ, ਪਰ ਅਸਲ ਦੇ ਵਿੱਚ ਇਸ ਇਮਾਰਤ ਨੂੰ ਸਭ ਤੋਂ ਪਹਿਲਾਂ ਬਣਾਉਣ ਦਾ ਜਿਹੜਾ ਮੌਕਾ ਹੈ ਉਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਮਿਲਿਆ। ਠੀਕ ਹੈ ਜੀ। ਭਾਈ ਸਾਹਿਬ ਜੀ ਬਹੁਤ ਵਧੀਆ ਤੁਸੀਂ ਢੰਗ ਨਾਲ ਇਹ ਵਿਆਖਿਆ ਕੀਤੀ ਹੈ ਅਕਾਲ ਤਖਤ ਦੇ ਸਰੂਪ ਬਾਰੇ। ਮੇਰਾ ਅਗਲਾ ਤੁਹਾਨੂੰ ਸਵਾਲ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਬਣਾਉਣ ਦੀ ਲੋੜ ਕਿਉਂ ਪਈ? ਇਹਦੇ ਬਾਰੇ ਸੰਗਤ ਨੂੰ ਚਾਨਣਾ ਪਾਓ ਵੀ ਅਕਾਲ ਤਖਤ ਸਾਹਿਬ ਬਣਾਉਣ ਦੀ ਲੋੜ ਪਈ ਕਿਉਂ? ਤਖਤ
ਪਹਿਲਾਂ ਵੀ ਸੀ। ਹਾਂਜੀ ਬਿਲਕੁਲ। ਹੁਣ ਜਦੋਂ ਮੁਸਲਮਾਨ ਹਾਕਮ ਜਿਹੜੇ ਭਾਰਤ ਵਿੱਚ ਆਏ, ਠੀਕ ਹੈ ਜੀ। ਉਹਨਾਂ ਨੇ ਆਪਣਾ ਇੱਕ ਤਖਤ ਕਾਇਮ ਕੀਤਾ। ਮੁਗਲ ਸਾਮਰਾਜ ਦੀ ਜਿਹੜੀ ਨੀਂਹ ਹੈ ਉਹ ਬਾਬਰ ਦੇ ਸਮੇਂ ਰੱਖੀ ਗਈ। ਠੀਕ ਹੈ ਜੀ। ਭਾਰਤ ਵਿੱਚ ਜਿਹੜਾ ਮੁਗਲ ਸਾਮਰਾਜ ਹੈ ਉਹਦਾ ਜਿਹੜਾ ਵਿਕਾਸ ਆ ਉਹ ਬਾਬਰ ਦੇ ਵਕਤ ਹੋਇਆ। ਠੀਕ ਹੈ ਜੀ। ਹੁਣ ਇੱਕ ਦਿੱਲੀ ਤਖਤ ਹੈ, ਹਾਂਜੀ ਇੱਕ ਤਖਤ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਣਾਇਆ। ਬਿਲਕੁਲ ਜੀ। ਅਸੀਂ ਉਹਨੂੰ ਮੁਗਲਾਂ ਦਾ ਤਖਤ ਕਹਿੰਦੇ ਆ, ਇਹਨੂੰ ਸਿੱਖਾਂ ਦਾ ਤਖਤ ਕਹਿੰਦੇ ਆ। ਹੁਣ ਉੱਥੇ ਬੈਠਣ ਵਾਲਾ ਜਿਹੜਾ ਹੈ ਉਹਨੂੰ ਬਾਦਸ਼ਾਹ ਕਿਹਾ ਜਾਂਦਾ ਹੈ, ਉਹਨੂੰ ਹਾਕਮ ਕਿਹਾ ਜਾਂਦਾ ਹੈ, ਉਹਨੂੰ ਉੱਚ ਪਦਵੀਆਂ ਦੇ ਨਾਲ ਨਵਾਜਿਆ ਜਾਂਦਾ ਹੈ। ਠੀਕ ਹੈ। ਪਰ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਖਤ ਬਣਾਇਆ ਹੈ, ਇੱਥੇ ਬੈਠਣ ਵਾਲੇ ਜਿਹੜੇ ਲੋਕ ਨੇ ਉਹ ਕੋਈ ਉੱਚ ਧਿਰ ਦੇ ਨਾਲ ਸੰਬੰਧ ਨਹੀਂ ਰੱਖਦੇ, ਤਾਕਤਵਰ ਧਿਰ ਨਹੀਂ ਆਉ। ਠੀਕ ਹੈ। ਜਿਹੜਾ ਦਿੱਲੀ ਵਾਲਾ ਤਖਤ ਹੈ ਉਹਦੇ ਉੱਤੇ ਤਾਕਤਵਰ ਧਿਰ ਕਬਜ਼ਾ ਕਰਕੇ ਬੈਠੀ ਹੋਈ ਹੈ, ਬਿਲਕੁਲ। ਉਹਨਾਂ ਦਾ ਕਬਜ਼ਾ ਹੈ। ਹੁਣ ਉੱਥੇ ਜਿਹੜਾ ਬੰਦਾ ਜਾਂਦਾ ਹੈ, ਮਾੜਾ ਬੰਦਾ ਆਪਣੀ ਫਰਿਆਦ ਲੈ ਕੇ ਨਹੀਂ ਜਾ ਸਕਦਾ, ਨਾ ਉਹਦੀ ਉੱਥੇ ਸੁਣਵਾਈ ਹੁੰਦੀ ਹੈ। ਠੀਕ ਹੈ। ਉਸ ਤਖਤ ਉੱਤੇ ਸੁਣਵਾਈ ਉਸ ਬੰਦੇ ਦੀ ਹੁੰਦੀ ਹੈ ਜਿਹੜਾ ਬੰਦਾ ਜਾਂ ਤੇ ਉਸ ਧਿਰ ਦਾ ਚਾਪਲੂਸ ਹੈ ਜਾਂ ਉਸ ਧਿਰ ਜਿੰਨਾ ਤਾਕਤਵਰ ਹੈ। ਤਾਕਤਵਰ ਹੈ। ਆਮ ਬੰਦਾ ਜਿਹੜਾ ਲਤਾੜਿਆ ਹੋਇਆ ਹੈ, ਨੀਵੀਂ ਜਾਤ ਦਾ ਹੈ, ਜਿਹਨੂੰ ਅਸੀਂ ਸ਼ਡਿਊਲ ਕਾਸਟ ਕਹਿ ਸਕਦੇ ਹਾਂ, ਸ਼ੂਦਰ ਕਹਿ ਸਕਦੇ ਹਾਂ, ਬਿਲਕੁਲ। ਉਹਨਾਂ ਦੀ ਫਰਿਆਦ ਨਹੀਂ ਉੱਥੇ ਸੁਣੀ ਜਾਂਦੀ। ਮੈਂ ਤੁਹਾਡੀ ਇੱਕ ਮਿੰਟ ਗੱਲ ਤੁਹਾਡੀ ਮੈਂ ਕੱਟਦਾ ਵੀ ਉਸ ਤਖਤ ਦੇ ਉੱਤੇ ਜਿਹੜਾ ਤੁਸੀਂ ਦੁਨਿਆਵੀ ਤਖਤ ਗੱਲ ਕਰ ਰਹੇ ਹੋ, ਉਹ ਤਖਤ ਦੇ ਉੱਤੇ ਮਾੜੇ ਲਈ ਤੇ ਤਗੜੇ ਲਈ ਕਾਨੂੰਨ ਅਲੱਗ-ਅਲੱਗ। ਬਿਲਕੁਲ। ਤੁਹਾਡੇ ਕਹਿਣ ਦਾ ਭਾਵ ਇਹ ਹੋਇਆ ਵੀ ਉੱਥੇ ਅਲੱਗ ਕਾਨੂੰਨ ਆ, ਉਹਦੇ ਲਈ ਅਲੱਗ ਕਾਨੂੰਨ। ਬਿਲਕੁਲ। ਜਿਹੜਾ ਦਿੱਲੀ ਦਾ ਤਖਤ ਹੈ ਬਿਲਕੁਲ ਉੱਥੇ ਕਾਨੂੰਨ ਅਲੱਗ ਹੈ। ਅਲੱਗ। ਉੱਥੇ ਉਸ ਬੰਦੇ ਨੂੰ ਇਨਸਾਫ ਮਿਲਦਾ ਹੈ, ਜੇ ਜਾਂ ਪੈਸੇ ਨਾਲ ਇਨਸਾਫ ਮਿਲਦਾ ਹੈ, ਬਿਲਕੁਲ। ਜਾਂ ਚਾਪਲੂਸੀ ਨਾਲ ਮਿਲਦਾ, ਜਾਂ ਤਾਕਤ ਨਾਲ ਮਿਲਦਾ। ਠੀਕ ਹੈ। ਮਾੜੇ ਬੰਦੇ ਕੋਲ ਪੈਸਾ ਵੀ ਨਹੀਂ। ਬਿਲਕੁਲ। ਸਤਿਗੁਰਾਂ ਨੇ ਬਾਣੀ ਵਿੱਚ ਵੀ ਲਿਖਿਆ ਹੈ ਨਾ, ਵੱਡੀ ਲੈ ਕੇ ਹੱਕ ਗਵਾਏ। ਵੱਡੀ ਲੈ ਕੇ ਆ ਕੇ। ਉਹ ਜਿਹੜੇ ਲੋਕ ਨੇ ਝੂਠੇ ਕੋ ਸਾਚਾ ਕਰ ਦੇਈ, ਪੈਸਾ ਲੈ ਕੇ ਝੂਠੇ ਨੂੰ ਸੱਚਾ ਕਰ ਦਿੰਦੇ ਨੇ ਤੇ ਸੱਚੇ ਨੂੰ ਝੂਠਾ ਕਰ ਦਿੰਦੇ ਨੇ। ਰਾਜੇ ਹੋਏ ਰਿਸ਼ਵਤੀ। ਉਹ ਰਿਸ਼ਵਤਖੋਰ ਜਿਹੜੇ ਲੋਕ ਸਨ, ਉੱਥੋਂ ਇਨਸਾਫ ਦੀ ਆਸ ਨਹੀਂ ਰੱਖੀ ਜਾ ਸਕਦੀ। ਨਹੀਂ ਰੱਖੀ ਜਾ ਸਕਦੀ। ਪਰ ਉਹਦੇ ਬਰਾਬਰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਖਤ ਹੈ, ਬਿਲਕੁਲ। ਇੱਥੇ ਸ਼ੂਦਰ ਵੀ ਆ ਸਕਦਾ ਹੈ, ਬਿਨਾਂ ਜਾਤ ਪਾਤ ਊਚ ਨੀਚ ਤੋਂ, ਬਿਨਾਂ ਵਿਤਕਰੇ ਤੋਂ ਬੰਦਾ ਆ ਕੇ ਆਪਣੀ ਫਰਿਆਦ ਰੱਖ ਸਕਦਾ ਹੈ। ਬਿਲਕੁਲ। ਇੱਥੇ ਨਾ ਰਿਸ਼ਵਤ ਲਈ ਜਾਂਦੀ ਹੈ, ਇੱਥੇ ਹਰ ਇੱਕ ਬੰਦੇ ਨੂੰ ਇਨਸਾਫ ਦਿੱਤਾ ਜਾਂਦਾ। ਸਾਬ ਦਿੱਤਾ ਜਾਂਦਾ। ਹਰ ਇੱਕ ਬੰਦੇ ਨੂੰ ਤੱਕੜੀ ਦੇ ਦੋਵਾਂ ਛਾਬਿਆਂ ਵਿੱਚ ਤੋਲਿਆ ਜਾਂਦਾ ਹੈ, ਬਿਲਕੁਲ। ਭਾਵੇਂ ਉਹ ਤਾਕਤਵਰ ਧਿਰ ਹੈ, ਭਾਵੇਂ ਉਹ ਕਮਜ਼ੋਰ ਧਿਰ ਹੈ। ਬਿਲਕੁਲ। ਉੱਥੇ ਇਹ ਨਹੀਂ ਦੇਖਿਆ ਜਾਂਦਾ ਵੀ ਇਹਨਾਂ ਦੇ, ਜੇ ਅਸੀਂ ਇਹਨਾਂ ਨੂੰ ਨਾਰਾਜ਼ ਕੀਤਾ ਤੇ ਸਾਨੂੰ ਖਮਿਆਜਾ ਗਲਤ ਭੁਗਤਣਾ ਪਏਗਾ, ਤੇ ਜੇ ਅਸੀਂ ਮਾੜੇ ਬੰਦੇ ਨੂੰ ਇਨਸਾਫ ਨਾ ਦਿੱਤਾ ਤੇ ਹੋ ਸਕਦਾ ਸਾਨੂੰ ਬਸ ਸੀਸਾਂ ਲੈਣੀਆਂ ਪੈਣ। ਉੱਥੇ ਹਰ ਇੱਕ ਬੰਦਾ ਜਿਹੜਾ ਵੀ ਸੱਚਾ ਹੈ ਉਹਨੂੰ ਤੱਕੜੀ ਦੇ ਛਾਬੇ ਵਿੱਚ ਤੋਲਿਆ ਜਾਂਦਾ ਹੈ ਤੇ ਇਨਸਾਫ ਦਿੱਤਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਢਾਡੀ ਹੋਏ ਨੇ ਨੱਥਾ ਤੇ ਅਬਦੁੱਲਾ। ਹਾਂਜੀ। ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਨੇ, ਕਹਿੰਦੇ ਨੇ ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਠੀਕ ਹੈ। ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ 12 ਕੋਟ ਗੜ, ਦਰਵਾਜ਼ਾ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ। ਜਹਾਂਗੀਰ। ਉਹ ਇਹ ਜਿਹੜੀਆਂ ਕਾਵ ਤੁਕਾਂ ਨੇ, ਇਹਨਾਂ ਵਿੱਚ ਇੱਕ ਤੁਲਨਾ ਕੀਤੀ ਗਈ ਦਿੱਲੀ ਦੇ ਤਖਤ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਖਤ ਦੀ। ਠੀਕ ਹੈ। ਹੁਣ ਇਹ ਜਿਹੜਾ ਤਖਤ ਬਣਾਇਆ ਇਸ ਕਰਕੇ ਗਿਆ ਵੀ ਦਿੱਲੀ ਤਖਤ ਤੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਇੱਥੋਂ ਇਨਸਾਫ ਮਿਲਦਾ। ਇੱਥੇ ਹਰ ਇੱਕ ਬੰਦਾ ਆਪਣੀ ਫਰਿਆਦ ਲੈ ਕੇ ਆਉਂਦਾ ਹੈ ਤੇ ਉਹਨੂੰ ਹਰ ਇੱਕ ਤਰ੍ਹਾਂ ਦਾ ਜਿਹੜਾ ਇਨਸਾਫ ਹੈ ਦਿੱਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਇੱਕ ਬ੍ਰਾਹਮਣ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦਾ ਹੈ ਤੇ ਆ ਕੇ ਕਹਿੰਦਾ, ਮਹਾਰਾਜ ਮੇਰੀ ਜਿਹੜੀ ਧੀ ਹੈ ਉਹ ਇੱਕ ਪਠਾਨ ਨੇ ਉਠਾ ਲਈ ਹੈ। ਠੀਕ ਹੈ। ਤੇ ਮੇਰੀ ਸੁਣਵਾਈ ਕਿਤੇ ਨਹੀਂ ਆ। ਤੇ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਅਜੀਤ ਸਿੰਘ ਨੂੰ ਬੁਲਾਇਆ ਤੇ ਬੁਲਾ ਕੇ ਕਿਹਾ, ਪੁੱਤਰ ਜਾਓ, ਸ਼ਾਮ ਤੱਕ ਇਹਨਾਂ ਦੀ ਜਿਹੜੀ ਬੱਚੀ ਹੈ ਇਹਨਾਂ ਦੇ ਹਵਾਲੇ ਕੀਤੀ ਜਾਏ। ਹੁਣ ਸਿੱਖ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਵੀ ਬਿਲਕੁਲ ਅਗਲੇ ਦੀ ਮਦਦ ਕਰਦਾ ਹੈ, ਕਿਉਂਕਿ ਲੜਕੀ ਅਗਲੇ ਦੀ ਨਹੀਂ, ਅਗਲੇ ਦੀ ਧੀ ਨਹੀਂ, ਸਾਡੀ ਵੀ ਧੀ ਹੈ। ਇਸ ਕਰਕੇ ਸਿੱਖ ਜਿਹੜਾ ਹੈ, ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹ ਇਨਸਾਫ ਦਿੰਦਾ ਹੈ। ਬਾਣੀ ਵੀ ਕਹਿੰਦੀ ਹੈ ਨਾ, ਤਖਤ ਬੈ ਤਖਤ ਹੀ ਲਾਇਕ। ਜਿਹੜਾ ਬੰਦਾ ਤਖਤ ਦੇ ਲਾਇਕ ਹੈ, ਜੇ ਉਹ ਤਖਤ ਤੇ ਬੈਠੇਗਾ ਇਨਸਾਫ ਦੇਗਾ। ਤੇ ਜੇ ਬੰਦਾ ਸਿਰਫ ਤਾਕਤਵਰ ਦੇ ਹੰਕਾਰ ਵਿੱਚ ਗਰਸਿਆ ਹੋਏਗਾ, ਉਹਨੂੰ ਆਪਣੀ ਤਾਕਤ ਦਾ ਹੰਕਾਰ ਹੋਏਗਾ, ਉਹ ਮਾੜੇ ਬੰਦੇ ਦੀ ਗੱਲ ਕਦੇ ਸੁਣੇਗਾ ਨਹੀਂ। ਬਿਲਕੁਲ। ਇੱਥੇ ਸ਼ੂਦਰ ਵੀ ਆਉਂਦਾ ਹੈ, ਵੈਸ਼ ਵੀ ਆਉਂਦੇ ਨੇ, ਨੀਵੀਂ ਤੋਂ ਨੀਵੀਂ ਜਾਤ ਦੇ ਦੁਰਕਾਏ ਹੋਏ ਲੋਕ ਵੀ ਆਉਂਦੇ ਨੇ, ਉਹਨਾਂ ਨੂੰ ਬਿਨਾਂ ਵਿਤਕਰੇ ਤੋਂ ਇਨਸਾਫ ਮਿਲਦਾ ਹੈ, ਜਿਹਦੇ ਕਰਕੇ ਇਸ ਤਖਤ ਦੀ ਹਰਮਨ ਪਿਆਰਤਾ ਦਿਨ ਬ ਦਿਨ ਵੱਧਦੀ ਗਈ। ਬਿਲਕੁਲ ਜੀ, ਬਿਲਕੁਲ। ਤੁਹਾਡੇ ਸਵਾਲ ਦਾ ਜਵਾਬ ਬਹੁਤ ਵਧੀਆ ਸੀ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਵੀ ਅਕਾਲ ਤਖਤ ਸਾਹਿਬ ਬਣਾਉਣ ਦੀ ਲੋੜ ਤਾਂ ਪਈ ਕਿ ਜਿਹੜਾ ਦੁਨਿਆਵੀ ਤਖਤ ਹੈ ਉੱਥੇ ਸੁਣਵਾਈ ਨਹੀਂ ਹੈ,
ਉੱਥੇ ਇਨਸਾਫ ਨਹੀਂ ਹੈ, ਉੱਥੇ ਬਰਾਬਰਤਾ ਨਹੀਂ ਹੈ। ਪਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਐਸਾ ਤਖਤ ਸਾਜਿਆ ਜਿੱਥੇ ਸਾਰਿਆਂ ਲਈ ਇੱਕ ਪਿਆਰ, ਇੱਕ ਮੁਹੱਬਤ ਅਤੇ ਸਾਰਿਆਂ ਲਈ ਜਿਹੜਾ ਉਹ ਇਨਸਾਫ ਦਿੱਤਾ ਜਾਂਦਾ ਹੈ। ਬਹੁਤ ਵਧੀਆ ਢੰਗ ਨਾਲ ਤੁਸੀਂ ਬਿਆਨ ਕੀਤਾ ਜੀ। ਮੇਰਾ ਭਾਈ ਸਾਹਿਬ ਜੀ ਅਗਲਾ ਤੁਹਾਨੂੰ ਸਵਾਲ ਹੈ, ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਾਹਿਬ ਦੋ ਉੱਥੇ ਬਣਾਏ ਗਏ ਨੇ ਵੀ ਅਕਾਲ ਤਖਤ ਸਾਹਿਬ ਇੱਕ ਸਾਡਾ ਸਿਧਾਂਤ ਹੈ ਤੇ ਜਥੇਦਾਰ ਜਿਹੜਾ ਉੱਥੇ ਉਹਨੂੰ ਅਗਵਾਈ ਕਰਦਾ ਹੈ। ਇਹਨਾਂ ਦੋਵਾਂ ਦਾ ਆਪਸ ਵਿੱਚ ਕੀ ਸੰਬੰਧ ਹੈ? ਸ੍ਰੀ ਅਕਾਲ ਤਖਤ ਦਾ ਜਥੇਦਾਰ ਦਾ ਕੀ ਰੋਲ ਹੈ, ਕੀ ਉਹਦੀ ਜਿਹੜੀ ਭੂਮਿਕਾ, ਉਹਦੇ ਬਾਰੇ ਸਾਨੂੰ ਜਿਹੜਾ ਉਹ ਸੰਗਤ ਨਾਲ ਜਾਣਨਾ ਪੈ ਜਾਵੇ। ਬਹੁਤ ਵਧੀਆ ਸਵਾਲ ਭਾਈ ਦਿਲਬਾਗ ਸਿੰਘ ਜੀ ਤੁਸੀਂ ਕੀਤਾ ਹੈ। ਅਸਲ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਜਥੇਦਾਰ ਦਾ ਬਿਲਕੁਲ ਆਪਸ ਵਿੱਚ ਸੰਬੰਧ ਕੋਈ ਨਹੀਂ। ਜਥੇਦਾਰ ਦੀ ਜਿਹੜੀ ਹੋਂਦ ਹੈ ਉਹ ਸਿੱਖ ਪੰਥ ਵਿੱਚ ਹੈ ਹੀ ਨਹੀਂ। ਠੀਕ ਹੈ। ਸਮੁੱਚਾ ਜਿਹੜਾ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਹਰ ਇੱਕ ਬੰਦਾ ਜਥੇਦਾਰ ਹੈ। ਠੀਕ ਹੈ। ਜਿਨੇ ਖੰਡੇ ਬਾਟੇ ਦੀ ਪੌਲ ਲਈ ਹੈ ਉਹ ਬੰਦਾ ਕੌਮ ਦੀ ਅਗਵਾਈ ਕਰ ਸਕਦਾ ਹੈ ਬਿਲਕੁਲ। ਤੇ ਕੌਮ ਦੀ ਅਗਵਾਈ ਇੱਕ ਆਮ ਬੰਦਾ ਵੀ ਕਰ ਸਕਦਾ ਹੈ। ਬਿਲਕੁਲ। ਪਰ ਸਾਡੀ ਕੌਮ ਦੇ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਸਾਨੂੰ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਮਿਲਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਦੀ ਜਿਹੜੀ ਹੋਂਦ ਹੈ ਉਹਨੂੰ ਗੁਰੂ ਸਾਹਿਬਾਨ ਨੇ ਬੜਾਵਾ ਦਿੱਤਾ ਹੋਵੇ, ਉਹਨਾਂ ਨੇ ਇੱਕ ਵੱਖਰੀ ਧਿਰ ਥਾਪੀ ਹੋਵੇ ਵੀ ਸ੍ਰੀ ਅਕਾਲ ਤਖਤ ਸਾਹਿਬ ਇੱਕ ਵੱਖਰਾ ਤਖਤ ਹੈ ਤੇ ਜਿੱਦਾਂ ਮੁਗਲਾਂ ਦੇ ਰਾਜ ਦੇ ਉੱਤੇ ਇੱਕ ਹਾਕਮ ਹੁੰਦਾ ਸੀ, ਇੱਦਾਂ ਜਥੇਦਾਰ ਤੁਹਾਡਾ ਹਾਕਮ ਹੈ, ਜਥੇਦਾਰ ਫੈਸਲਾ ਕਰੇਗਾ। ਉਹ ਜਥੇਦਾਰ ਵਾਲੀ ਪਰੰਪਰਾ ਦੇ ਵਿੱਚੋਂ ਸਾਨੂੰ ਕੱਢ ਕੇ ਪੰਚ ਪ੍ਰਧਾਨੀ ਵਾਲੀ ਜਿਹੜੀ ਪਰੰਪਰਾ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਠੀਕ ਹੈ। ਵੀ ਜਦੋਂ ਸਮੇਂ ਦੇ ਮੁਤਾਬਕ ਦੇਖ ਲੈਣਾ ਹੈ ਪੰਥ ਨੇ, ਜਿੱਥੇ ਵੀ ਲੋੜ ਪੈਂਦੀ ਹੈ ਪੰਜ ਪਿਆਰੇ ਜਿਹੜੇ ਨੇ ਉਹਨਾਂ ਨੂੰ ਚੁਣ ਲੈਣਾ ਹੈ ਤੇ ਚੁਣ ਕੇ ਉਹਨਾਂ ਨੂੰ ਅਧਿਕਾਰ ਦੇ ਦੇਣਾ ਹੈ ਤੇ ਪੰਜਾਂ ਦੀ ਜਿਹੜੀ ਗੱਲ ਹੈ ਉਹ ਮੰਨਣੀ ਹੈ ਕੌਮ ਨੇ। ਮੰਨਣੀ ਹੈ। ਜਦੋਂ ਪੰਜ ਪਿਆਰੇ ਵੀ ਸਥਿਰ ਨਹੀਂ ਆ, ਇੱਥੇ ਇਹ ਵੀ ਗੱਲ ਅਸੀਂ ਚੇਤੇ ਰੱਖਣੀ ਹੈ, ਵਿਚਾਰਨੀ ਹੈ ਵੀ ਪੰਜ ਪਿਆਰੇ ਵੀ ਜਿਹੜੇ ਉਹ ਸਥਿਰ ਨਹੀਂ, ਉਹ ਸਮੇਂ ਮੁਤਾਬਕ ਜਿਹੜੇ ਨੇ ਉਹ ਥਾਪੇ ਜਾ ਸਕਦੇ ਨੇ। ਜੇ ਅਸੀਂ ਪੰਜ ਪਿਆਰਿਆਂ ਨੂੰ ਸਥਿਰ ਕਰਾਂਗੇ ਤੇ ਜਿਹੜੀ ਚੀਜ਼ ਇੱਕ ਜਗ੍ਹਾ ਖਲੋ ਜਾਂਦੀ ਉਹਦੇ ਵਿੱਚ ਵਿਗਾੜ ਪੈਦਾ ਹੋ ਜਾਂਦੇ ਨੇ। ਵਿਗਾੜ ਪੈਦਾ ਹੋ ਜਾਂਦਾ। ਜੇ ਜਥੇਦਾਰ ਜਿਹਨੂੰ ਅੱਜ ਅਸੀਂ ਜਥੇਦਾਰ ਮੰਨ ਰਹੇ ਹਾਂ ਉਹਦੇ ਵਿੱਚ ਵਿਗਾੜ ਪੈਦਾ ਹੋਣ ਦਾ ਕਾਰਨ ਇਹ ਆ ਵੀ ਉਹ ਖਲੋ ਗਿਆ ਇੱਕ ਜਗ੍ਹਾ। ਅਸੀਂ ਇੱਕ ਬੰਦੇ ਨੂੰ ਲੰਮਾ ਸਮਾਂ ਗਵਾਹੀ ਦਿੱਤੀ ਤੇ ਜਦੋਂ ਅਸੀਂ ਕੋਈ ਚੀਜ਼ ਨੂੰ ਸਥਿਰ ਨਹੀਂ ਰੱਖਾਂਗੇ ਉਹ ਚੀਜ਼ ਚੱਲਦੀ ਹੋਏਗੀ, ਸਮੇਂ ਮੁਤਾਬਕ ਅਸੀਂ ਉਹਦੀ ਚੋਣ ਕਰ ਲਵਾਂਗੇ ਜਿਵੇਂ ਸਾਨੂੰ ਲੋੜ ਪਈ ਤੇ ਫਿਰ ਵਿਗਾੜ ਦੇ ਚਾਂਸ ਪੈਦਾ ਨਹੀਂ ਹੁੰਦੇ। ਠੀਕ ਹੈ। ਫਿਰ ਨਾ ਇਹ ਤੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਵੀ ਹਾਂ ਫਲਾਣਾ ਬੰਦਾ ਕਿਸੇ ਕੌਮ ਦਾ ਜਿਹੜਾ ਲੀਡਰ ਹੈ, ਜਰਨੈਲ ਹੈ ਤੇ ਉਸ ਬੰਦੇ ਨੂੰ ਅਸੀਂ ਖਰੀਦ ਕੇ ਆਪਣੀ ਮਰਜ਼ੀ ਦੇ ਫੈਸਲੇ ਕਰਾ ਲਾਂਗੇ। ਬਿਲਕੁਲ। ਹੁਣ ਜਦੋਂ ਕੌਮ ਸਮੁੱਚਾ ਖਾਲਸਾ ਪੰਥ ਇੱਕ ਜਗ੍ਹਾ ਇਕੱਠੀ ਹੋਏਗਾ ਤੇ ਉਹਨਾਂ ਦੇ ਵਿੱਚੋਂ ਹੀ ਪੰਜ ਪਿਆਰਿਆਂ ਦੀ ਚੋਣ ਕਰ ਲੇਗਾ ਤੇ ਉੱਥੇ ਕਿਸੇ ਨੂੰ ਨਹੀਂ ਪਤਾ ਹੋਣਾ ਵੀ ਕਿਹਨੂੰ ਪੰਜ ਪਿਆਰਾ ਥਾਪਿਆ ਜਾਣਾ, ਕਿਹਨੂੰ ਥਾਪਿਆ ਜਾਣਾ। ਉਹਦੇ ਵਿੱਚ ਕਰਪਸ਼ਨ ਜਿਹੜੀ ਹੈ, ਕੌਮ ਦੇ ਸਿਧਾਂਤਾਂ ਦੇ ਉਲਟ ਜਿਹੜੇ ਕੰਮ ਨੇ ਉਹ ਕਦੀ ਨਹੀਂ ਹੋਣਗੇ। ਉੱਥੇ ਜਿਹੜੇ ਕਿਹੜੇ ਕੰਮ ਨੇ ਫਿਰ ਉਹ ਸਹੀ ਤਰੀਕੇ ਦੇ ਨਾਲ ਹੋਣਗੇ, ਕੌਮ ਜਿਹੜੀ ਹੈ ਉਹ ਇੱਕ ਚੰਗੀ ਸਿਹਤ ਦੇ ਉੱਤੇ ਚੱਲੇਗੀ। ਜਥੇਦਾਰ ਵਾਲਾ ਜਿਹੜੀ ਪਰੰਪਰਾ ਹੈ ਉਹ ਸਾਡੇ ਵਿੱਚ ਹੈ ਨਹੀਂ, ਸਾਡੇ ਵਿੱਚ ਥੋਪ ਦਿੱਤੀ ਗਈ, ਜਿਹਦੇ ਕਰਕੇ ਅੱਜ ਸਾਡੇ ਵਿੱਚ ਜਿਹੜੇ ਵਿਗਾੜ ਨੇ ਉਹ ਪੈਦਾ ਹੋ ਰਹੇ ਨੇ। ਬਹੁਤ ਵਧੀਆ ਤੁਸੀਂ ਤਰੀਕੇ ਨਾਲ ਇਹ ਸਾਡੇ ਸਾਹਮਣੇ ਸਵਾਲ ਦਾ ਜਵਾਬ ਰੱਖਿਆ ਹੈ ਵੀ ਜਥੇਦਾਰ ਸਾਹਿਬ ਜਿਹੜਾ ਹੈ ਉਹ ਸਾਡੀ ਇੱਕ ਪਰੰਪਰਾ ਬਣੀ ਹੋਈ ਹੈ, ਪੰਜ ਪਿਆਰੇ ਜੋ ਸਾਡਾ ਗੁਰਬਾਣੀ ਦੇ ਵਿੱਚ ਵੀ ਤੁਸੀਂ ਪ੍ਰਮਾਣ ਦਿੱਤਾ, ਪੰਜ ਪ੍ਰਵਾਨ ਪੰਜ ਪ੍ਰਧਾਨ। ਮੈਂ ਇੱਥੇ ਇਹ ਵੀ ਇੱਕ ਗੱਲ ਕਰਦੇ ਹਾਂ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਤਮ ਸਮੇਂ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਗਵਾਈ ਦੇ ਕੇ ਪੰਜਾਬ ਵੱਲ ਤੋਰਿਆ, ਹਾਂਜੀ, ਉੱਥੇ ਉਹਨਾਂ ਨੂੰ ਪੰਜਾਂ ਦੇ ਅਧੀਨ ਰਹਿਣ ਦਾ ਹੁਕਮ ਕੀਤਾ। ਪੰਜਾਂ ਦੇ ਉੱਥੇ ਪੰਜ ਪਿਆਰੇ ਜਿਹੜੇ ਨੇ, ਹੁਣ ਜੇ ਪੰਜਾਂ ਪਿਆਰਿਆਂ ਦਾ ਵਿਧਾਨ ਸਥਿਰ ਹੁੰਦਾ ਬਿਲਕੁਲ ਤੇ ਜਿਹੜੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਜੇ, ਬਿਲਕੁਲ ਉਹਨਾਂ ਵਿੱਚੋਂ ਤਿੰਨ ਪਿਆਰੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਚੁੱਕੇ ਨੇ। ਬਿਲਕੁਲ। ਹੁਣ ਉੱਥੇ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਅਲੱਗ ਜਿਹੜੇ ਪੰਜ ਪਿਆਰੇ ਸੀ ਉਹ ਥਾਪ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਗਈ ਤੇ ਉਹਨਾਂ ਪੰਜਾਂ ਪਿਆਰਿਆਂ ਤੋਂ ਅਲੱਗ ਪੰਜ ਸਿੱਖ ਜਿਹੜੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਗਏ। ਵੀ ਇਹ ਤੋਂ ਇਹ ਸਿੱਧ ਹੁੰਦਾ ਹੈ ਵੀ ਜਿਹੜੀ ਪੰਜ ਦੀ ਪਰੰਪਰਾ ਹੈ ਉਹ ਸਾਡੇ ਵਿੱਚ ਬੜਾ ਗੁਰੂ ਸਾਹਿਬਾਨ ਦੀ ਬਣਾਈ ਹੋਈ ਪਰੰਪਰਾ ਹੈ, ਗੁਰੂ ਸਾਹਿਬ ਦੀ ਬਣਾਈ ਪਰੰਪਰਾ। ਸੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਨੂੰ ਸਵਾਲ ਦਾ ਜਵਾਬ ਦਿੱਤਾ ਹੈ। ਮੇਰਾ ਅਗਲਾ ਸਵਾਲ ਹੈ ਭਾਈ ਸਾਹਿਬ ਜੀ ਵੀ ਅਕਾਲ ਤਖਤ ਸਾਹਿਬ ਦਾ ਸਨਮਾਨ ਜਿਹੜਾ ਹੈ ਉਹ ਜੋ ਅਸੀਂ ਪੁਰਾਤਨ ਪੜ੍ਹਦੇ ਹਾਂ ਵੀ ਸਿੱਖ ਅਕਾਲ ਤਖਤ ਸਾਹਿਬ ਦੇ ਉੱਤੇ ਆਣ ਕੇ ਆਪਣੇ ਫੈਸਲੇ ਵੀ ਕਰਦੇ ਸੀ, ਜੋ ਫੈਸਲਾ ਸਿੱਖ ਸੰਗਤ ਕਰ ਦਿੰਦੀ ਸੀ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਜਾਂਦਾ ਸੀ। ਵੀ ਅਕਾਲ ਤਖਤ ਸਾਹਿਬ ਅੱਗੇ ਸਾਰਾ ਪੰਥ ਝੁਕਦਾ ਸੀ ਆਣ ਕੇ ਤੇ ਉਹਨੂੰ ਪ੍ਰਵਾਨਗੀ ਦਿੰਦਾ ਸੀ। ਕਿਤੇ ਨਾ ਕਿਤੇ ਜਦੋਂ ਅੱਜ ਦੇ ਸਮੇਂ ਦੇ ਅਸੀਂ ਹਾਲਾਤ ਵੇਖਦੇ ਹਾਂ ਵੀ ਅੱਜ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਕਿਉਂ ਜਿਹੜਾ ਹੈ ਉਹ ਕਿਤੇ ਨਾ ਕਿਤੇ ਕੁਝ ਨਕਾਰਿਆ ਜਾ ਰਿਹਾ ਹੈ ਜਾਂ ਅਕਾਲ ਤਖਤ ਦੇ ਜਿਹੜੇ ਸਨਮਾਨ ਨੇ ਉਹ ਕਿਤੇ ਨਾ ਕਿਤੇ ਸਾਨੂੰ ਘਟਦੇ ਨਜ਼ਰ ਆ ਰਹੇ, ਇਹਦੇ ਪਿੱਛੇ ਕਾਰਨ ਕੀ ਹੈ? ਇਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜੇ ਜਦੋਂ ਵੀ ਸਾਡੀ ਕੌਮ ਦੇ ਵਿੱਚ ਜਥੇਦਾਰ ਦੀ ਹੋਂਦ ਆਈ, ਠੀਕ ਹੈ,
ਜੇ ਮੰਨ ਲਓ ਕਿ ਜਥੇਦਾਰ ਚੁਣਨਾ ਹੈ, ਉਦੋਂ ਖਾਲਸਾ ਪੰਥ ਜਿਹੜਾ ਸੀ ਉਹ ਸਮੁੱਚੇ ਤੌਰ ਤੇ ਇੱਕ ਸਿੱਖ ਨੂੰ ਜਿਹੜਾ ਉਹ ਅਗਵਾਈ ਬਖਸ਼ਿਸ਼ ਕਰ ਦਿੰਦਾ ਸੀ। ਉਹ ਸਮੁੱਚੀ ਕੌਮ ਨੂੰ ਜਵਾਬਦੇਹ ਸੀ, ਉਹ ਕਿਸੇ ਦਾ ਗੁਲਾਮ ਨਹੀਂ ਸੀ। ਠੀਕ ਹੈ। ਉਹ ਜਿਹੜਾ ਉਦੋਂ ਜਿਸ ਜਥੇਦਾਰੇ ਦੀ ਅਸੀਂ ਗੱਲ ਕਰਦੇ ਹਾਂ, ਅੱਜ ਤੇ ਪੁਰਾਤਨ ਦੇ ਜਥੇਦਾਰਾਂ ਵਿੱਚ ਫਰਕ ਹੀ ਇਹ ਆ ਕਿ ਉਹ ਜਥੇਦਾਰ ਖਰੀਦਿਆ ਹੋਇਆ ਨਹੀਂ ਸੀ। ਬਿਲਕੁਲ। ਉਹ ਕੌਮ ਦਾ ਜਥੇਦਾਰ ਸੀ, ਉਹ ਕੌਮ ਵੱਲੋਂ ਚੁਣਿਆ ਹੋਇਆ ਜਥੇਦਾਰ ਸੀ। ਠੀਕ ਹੈ। ਜਿਹਦੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੌਮ ਇਕੱਠੀ ਹੋ ਜਾਂਦੀ ਸੀ। ਇਕੱਠੀ ਹੋ ਕੇ ਉਹਨਾਂ ਵਿੱਚੋਂ ਜਿਹੜੇ 5 ਪਿਆਰੇ ਸੀ, ਉਹ 5 ਪਿਆਰਿਆਂ ਨੂੰ ਸਮੁੱਚੇ ਅਧਿਕਾਰ ਦੇ ਦਿੱਤੇ ਜਾਂਦੇ ਸੀ। ਠੀਕ ਹੈ। ਉਹ 5 ਪਿਆਰੇ ਇੱਕ ਬੰਦੇ ਨੂੰ ਕੋਈ ਅਹੁਦਾ ਬਖਸ਼ਿਸ਼ ਕਰਕੇ ਖੜਾ ਕਰ ਦਿੰਦੇ ਸੀ। ਫਿਰ ਉਹ ਜਿਹੜਾ ਸੀ ਉਹ ਕੌਮ ਨੂੰ ਜੋ ਫੈਸਲਾ ਦਿੰਦਾ ਸੀ ਉਹ ਮੰਨਣਾ ਪੈਂਦਾ ਸੀ। ਮੰਨਣਾ ਪੈਂਦਾ। ਉਸ ਜਥੇਦਾਰ ਦੀ ਪਰਿਵਾਰ ਦੀ, ਉਹਦੀ ਆਪਣੀ ਸਾਰੀ ਜ਼ਿੰਮੇਵਾਰੀ ਪੰਥ ਦੀ ਹੁੰਦੀ ਸੀ। ਪੰਥ ਦੀ। ਜੇ ਉਹਦੇ ਉੱਤੇ ਕੋਈ ਵਿਪਤਾ ਆਉਂਦੀ ਸੀ ਤੇ ਪੰਥ ਉਹਦੇ ਨਾਲ ਮੋਢਾ ਜੋੜ ਕੇ ਖੜਿਆ ਹੁੰਦਾ ਸੀ। ਖੜਿਆ ਹੁੰਦਾ ਸੀ। ਪਰ ਹੌਲੀ ਹੌਲੀ ਇਸ ਚੀਜ਼ ਦੇ ਵਿੱਚ ਵਿਗਾੜ ਇੱਥੇ ਆ ਕੇ ਪੈਦਾ ਹੋਇਆ ਵੀ ਹੌਲੀ ਹੌਲੀ ਜਿਹੜੇ ਜਥੇਦਾਰ ਸਨ ਉਹ ਪੈਸੇ ਦੇ ਉੱਤੇ ਰੱਖਣੇ ਸ਼ੁਰੂ ਹੋ ਗਏ। ਠੀਕ ਹੈ। ਵੀ ਉਹਨਾਂ ਨੂੰ ਪੈਸੇ ਦੇ ਉੱਤੇ ਰੱਖਣਾ ਸ਼ੁਰੂ ਹੋ ਗਿਆ, ਤਨਖਾਹ ਦੇ ਵਿੱਚ ਉਹ ਵੱਜ ਗਏ। ਜਿਹਦੇ ਕਰਕੇ ਜਦੋਂ ਅਸੀਂ ਤਨਖਾਹ ਦੇ ਉੱਤੇ ਕੰਮ ਕਰਾਂਗੇ ਫਿਰ ਸਾਨੂੰ ਉਹਦੇ ਮੁਤਾਬਕ ਚੱਲਣਾ ਪਏਗਾ ਜਿਹੜਾ ਸਾਨੂੰ ਤਨਖਾਹ ਦੇ ਰਿਹਾ ਹੈ। ਫਿਰ ਅਸੀਂ ਫੈਸਲੇ ਵੀ ਉਹ ਕਰਾਂਗੇ ਜਿਹੜੇ ਫੈਸਲੇ ਅਗਲੀ ਧਿਰ ਕਹਿ ਰਹੀ ਹੈ, ਕਿਉਂਕਿ ਜੇ ਮੈਂ ਉਹ ਫੈਸਲੇ ਨਹੀਂ ਕਰਦਾ ਤੇ ਅਗਲੇ ਮੈਨੂੰ ਤਨਖਾਹ ਨਹੀਂ ਦੇਣਗੇ। ਪਹਿਲੇ ਜਥੇਦਾਰ ਉਹ ਤਨਖਾਹ ਨਹੀਂ ਸੀ ਲੈਂਦੇ। ਠੀਕ ਹੈ। ਜਿਹਦੇ ਕਰਕੇ ਉਹ ਸਮੁੱਚੀ ਕੌਮ ਦੇ ਵੱਲੋਂ ਥਾਪੇ ਜਾਂਦੇ ਸਨ। ਉਹ ਪੈਸੇ, ਲੋਭ, ਲਾਲਚ, ਮਾਇਆ ਤੋਂ ਉੱਪਰ ਸੀ। ਬਿਲਕੁਲ। ਤੇ ਅੱਜ ਹਾਲਾਤ ਇਦਾਂ ਦੇ ਬਣ ਗਏ ਵੀ ਅਸੀਂ ਜਿਹੜੇ ਸੀ ਉਹ ਪੈਸਿਆਂ ਦੀ ਗੁਲਾਮੀ ਦੇ ਵਿੱਚ ਵੱਜ ਕੇ ਰਹਿ ਗਏ। ਜਿਹਦੇ ਕਰਕੇ ਜਦੋਂ ਮੈਂ ਕਿਸੇ ਬੰਦੇ ਤੋਂ ਤਨਖਾਹ ਲਵਾਂਗਾ, ਕਿਸੇ ਬੰਦੇ ਦਾ ਥਾਪਿਆ ਹੋਵਾਂਗਾ, ਫਿਰ ਮੈਨੂੰ ਉਹਦੀ ਗੱਲ ਮੰਨਣੀ ਪੈਗੀ। ਜੇ ਮੈਂ ਨਹੀਂ ਮੰਨਾਂਗਾ ਤੇ ਫਿਰ ਮੈਨੂੰ ਪਾਸੇ ਕਰ ਦੇਗਾ। ਇਹ ਵਿਗਾੜ ਤਾਂ ਕਰਕੇ ਪੈਦਾ ਹੋਇਆ। ਤੁਹਾਡੀ ਇੱਕ ਮਿੰਟ ਗੱਲ ਰੋਕਦਾ ਮੈਂ। ਤੁਹਾਡਾ ਮਤਲਬ ਇਹ ਆ ਵੀ ਜਿਹੜੇ ਪੁਰਾਤਨ ਜਥੇਦਾਰ ਜਿਨ੍ਹਾਂ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ ਵੀ ਜਿਨ੍ਹਾਂ ਨੇ ਉਸ ਸਮੇਂ ਸਖਤ ਤੋਂ ਸਖਤ ਫੈਸਲੇ ਵੀ ਲਏ ਆ, ਉਸ ਸਮੇਂ ਦੇ ਰਾਜਿਆਂ ਨੂੰ ਵੀ ਕਿਹਾ ਵਾ ਵੀ ਤੁਸੀਂ ਇੱਥੇ ਆਣ ਕੇ ਤਨਖਾਹ ਲਾਓ, ਮਤਲਬ ਕਿ ਉਹ ਪੰਥ ਵੱਲੋਂ ਸਨ। ਉਹਨਾਂ ਨੂੰ ਪੰਥ ਸਾਰੀ ਸਪੋਰਟ ਕਰਦਾ ਸੀ ਵੀ ਪੰਥ ਨੇ ਜਥੇਦਾਰ ਬਣਾਇਆ ਸੀ, ਵੀ ਪੰਥ ਪ੍ਰਵਾਨ ਕਰਦਾ ਵੀ ਇਹ ਜਥੇਦਾਰ ਭਾਵੇਂ ਅਸੀਂ ਅਗਵਾਈ ਕਰਨ ਲਈ ਯੋਗ ਜਾਣਦੇ ਆ। ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਵੀ ਜਿਹੜਾ ਅੱਜ ਦਾ ਜਥੇਦਾਰ ਆ ਉਹ ਕਿਤੇ ਨਾ ਕਿਤੇ ਇੱਕ ਧਿਰ ਦਾ ਹੈ। ਬਿਲਕੁਲ। ਜਾਂ ਕਿਤੇ ਨਾ ਕਿਤੇ ਅੱਜ ਉਹਨੂੰ ਜਿਹੜਾ ਪੰਥ ਸਪੋਰਟ ਨਹੀਂ ਕਰ ਰਿਹਾ। ਬਿਲਕੁਲ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਅਕਾਲੀ ਫੂਲਾ ਸਿੰਘ ਦੀ ਗੱਲ ਅਸੀਂ ਆਮ ਇਤਿਹਾਸ ਚੋਂ ਪੜ੍ਹਦੇ ਸੁਣਦੇ ਹਾਂ। ਬਿਲਕੁਲ। ਕਿ ਉਹਨੇ ਉਸ ਸਮੇਂ ਦਾ, ਜਿਸ ਬੰਦੇ ਦਾ 40 ਸਾਲ ਜਿਹਨੇ ਰਾਜ ਕੀਤਾ, ਠੀਕ ਹੈ, ਜਿੱਤੋਂ ਅੰਗਰੇਜ਼ ਵੀ ਕੰਬਦੇ ਸੀ, ਠੀਕ ਹੈ, ਹੋਰ ਕੌਮਾਂ ਦੇ ਲੋਕ ਵੀ ਡਰਦੇ ਸੀ, ਉਸ ਰਾਜੇ ਨੂੰ ਮਹਾਰਾਜਾ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਸਾਹਿਬ ਸੱਦ ਕੇ ਸਜ਼ਾ ਦਿੱਤੀ। ਠੀਕ ਹੈ ਜੀ। ਪਰ ਕਿਸੇ ਬੰਦੇ ਨੇ, ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਧਿਰ ਦਾ ਬੰਦਾ ਸੀ, ਉਹਨੇ ਅਕਾਲੀ ਫੂਲਾ ਸਿੰਘ ਨੂੰ ਇਹ ਨਹੀਂ ਕਿਹਾ ਵੀ ਤੂੰ ਗਲਤ ਕੀਤਾ, ਬਿਲਕੁਲ, ਤੈਨੂੰ ਸਜ਼ਾ ਭੁਗਤਣੀ ਪੈਗੀ, ਤੂੰ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ। ਬਿਲਕੁਲ। ਉਦੋਂ ਸਾਰਾ ਪੰਥ ਨਾਲ ਸੀ ਵੀ ਰਣਜੀਤ ਸਿੰਘ ਨੇ ਗਲਤ ਕੀਤਾ। ਗਲਤ ਕੀਤਾ। ਗਲਤ ਕੀਤਾ। ਇੱਕ ਮੋਹਰਾ ਨਾਂ ਦੀ ਜਿਹੜੀ ਵੇਸ਼ਵਾ ਹੈ, ਉਹਦਾ ਜਿਹੜਾ ਨਾਚ ਆ ਬਿਲਕੁਲ ਉਹ ਕਰਵਾਇਆ ਹੈ, ਉਹਨੇ ਗਲਤ ਕੀਤਾ ਹੈ। ਜਿਹਦੇ ਕਰਕੇ ਕੋਈ ਵੀ ਬੰਦਾ ਜਿਹੜਾ ਉਹ ਰਣਜੀਤ ਸਿੰਘ ਦੇ ਹੱਕ ਵਿੱਚ ਨਹੀਂ ਖੜਿਆ। ਬਿਲਕੁਲ। ਜੇ ਅਕਾਲੀ ਫੂਲਾ ਸਿੰਘ ਤੋਸੇਖਾਨੇ ਦੇ ਬਾਹਰ ਉਹਨਾਂ ਦੀ ਡਿਊਟੀ ਸੀ, ਠੀਕ ਹੈ, ਜਿੱਥੇ ਸਮੁੱਚਾ ਅਸਲਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪਿਆ ਹੋਇਆ ਸੀ। ਠੀਕ ਹੈ। ਇੱਕ ਵਾਰੀ ਅੰਗਰੇਜ਼ ਆਇਆ, ਹਾਂਜੀ, ਤੇ ਅੰਗਰੇਜ਼ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਚਲੋ ਤੁਹਾਨੂੰ ਤੋਸਾਖਾਨਾ ਵਿਖਾ ਕੇ ਲੈ ਕੇ ਆਈਏ, ਮੇਰੇ ਕੋਲ ਲੇਟੈਸਟ ਹਥਿਆਰ ਨੇ, ਸਾਰਾ ਕੁਝ ਹੈ। ਜਦੋਂ ਉਹ ਅੰਗਰੇਜ਼ਾਂ ਨੂੰ ਲੈ ਕੇ ਆਉਂਦਾ ਹੈ, ਅਕਾਲੀ ਫੂਲਾ ਸਿੰਘ ਉੱਥੇ ਵਰਛਾ ਲੈ ਕੇ ਖਲੋਤੇ ਹੁੰਦੇ। ਰਣਜੀਤ ਸਿੰਘ ਦੀ ਇੰਨੀ ਹਿੰਮਤ ਨਹੀਂ ਪੈਂਦੀ ਵੀ ਉਹ ਅਕਾਲੀ ਫੂਲਾ ਸਿੰਘ ਦੇ ਅੱਗੇ ਬੋਲ ਸਕੇ। ਅਕਾਲੀ ਫੂਲਾ ਸਿੰਘ ਕਹਿੰਦੇ ਮੈਂ ਤੋਸੇਖਾਨੇ ਦਾ ਦਰਵਾਜ਼ਾ ਨਹੀਂ ਖੋਲਾਂਗਾ। ਅੱਛਾ ਜੀ। ਅਕਾਲੀ ਫੂਲਾ ਸਿੰਘ ਕਿਹਾ ਵੀ ਇਹ ਜਿਹੜੀ ਧਿਰ ਹੈ ਇਹ ਕੌਮ ਦੀ ਅਮਾਨਤ ਹੈ, ਤੇ ਇਸ ਕੌਮ ਦੀ ਅਮਾਨਤ ਨੂੰ ਮੈਂ ਕਿਸੇ ਦੇ ਸਾਹਮਣੇ ਨਸ਼ਰ ਨਹੀਂ ਕਰਾਂਗਾ। ਰਣਜੀਤ ਸਿੰਘ ਕਹਿੰਦਾ ਮੈਂ ਮਹਾਰਾਜਾ ਰਣਜੀਤ ਸਿੰਘ ਆ, ਤੈਨੂੰ ਪਤਾ ਨਹੀਂ, ਕਹਿੰਦਾ ਤੂੰ ਰਾਜਾ ਹੋਏਗਾ, ਪਰ ਇਹ ਕੌਮ ਦੀ ਅਮਾਨਤ ਹੈ, ਤੇ ਮੈਂ ਤੈਨੂੰ ਕੌਮ ਦੀ ਅਮਾਨਤ ਜਿਹੜੀ ਉਹ ਗੈਰਾਂ ਨੂੰ ਵਿਖਾਉਣ ਦੀ ਇਜਾਜ਼ਤ ਨਹੀਂ ਦੇਵਾਂਗਾ। ਤੇ ਕਿਸੇ ਬੰਦੇ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਨਹੀਂ ਕਿਹਾ ਵੀ ਤੈਨੂੰ ਡਰ ਨਹੀਂ ਲੱਗਦਾ ਵੀ ਇਹ ਰਾਜਾ ਹੈ, ਬਿਲਕੁਲ, ਤੈਨੂੰ ਆਪਣੇ ਰਾਜ ਭਾਗ ਤੋਂ ਬਾਹਰ ਕੱਢ ਕੇ ਤੈਨੂੰ ਸਜ਼ਾ ਦੇ ਦੇਗਾ। ਉਹਨਾਂ ਨੇ ਮੌਤ ਦਾ ਜਿਹੜਾ ਕਫਨ ਸਤਿਗੁਰੂ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ ਨਾ, ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛਡਾਸ, ਉਹਨਾਂ ਨੇ ਮੌਤ ਦਾ ਕਫਨ ਆਪਣੇ ਸਿਰ ਉੱਤੇ ਬੰਨਿਆ ਸੀ। ਉਹਨਾਂ ਨੇ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜਿਹੜੀ ਹਿੰਮਤ ਸੀ ਉਹਨਾਂ ਜਥੇਦਾਰਾਂ ਵਿੱਚ ਸੀ, ਪਰ ਅੱਜ ਸਾਨੂੰ ਉਹ ਦਿਖਾਈ ਨਹੀਂ ਦਿੰਦੀ। ਬਲਕਿ ਕਹਿਣ ਤੋਂ ਭਾਵ ਹੈ ਵੀ ਜਿਹੜਾ ਜਥੇਦਾਰ ਜਿਹਨੂੰ ਅਸੀਂ ਮੰਨਦੇ ਹਾਂ ਪੁਰਾਤਨ ਜਥੇਦਾਰ ਆ, ਭਾਵ ਜਿਨ੍ਹਾਂ ਨੇ ਇੱਕ ਪੂਰੀ ਚੜ੍ਹਦੀ ਕਲਾ ਦੇ ਨਾਲ ਜ਼ਿੰਮੇਵਾਰੀ ਨੂੰ ਨਿਭਾਇਆ ਹੈ ਤੇ ਪੰਥ ਨੂੰ ਜਿਹੜਾ ਹੈ ਉਹ
ਸਰਮੌਰ ਪੰਥ ਦੀ ਗੱਲ ਨੂੰ ਮੰਨਿਆ ਤੇ ਪੰਥ ਨੇ ਜਥੇਦਾਰ ਦੀ ਗੱਲ ਨੂੰ ਮੰਨਿਆ। ਪਰ ਅੱਜ ਕਿਤੇ ਨਾ ਕਿਤੇ ਜਿਹੜਾ ਸਾਨੂੰ ਉਹ ਨਜ਼ਰ ਨਹੀਂ ਆ ਰਿਹਾ। ਗੁਰੂ ਕਿਰਪਾ ਕਰੇ ਵੀ ਸਾਨੂੰ ਉਹ ਚੀਜ਼ਾਂ ਜਿਹੜੀਆਂ ਅਸੀਂ ਪੜ੍ਹ ਰਹੇ ਇਤਿਹਾਸ 'ਚੋਂ ਵਿਚਾਰ ਰਹੇ ਸਾਨੂੰ ਨਜ਼ਰ ਆ ਜਾਣ। ਮੇਰਾ ਅਖੀਰਲਾ ਸਵਾਲ ਹੈ, ਆਪਣਾ ਸਮਾਂ ਬਿਲਕੁਲ ਸੀਮਿਤ ਰਹਿ ਗਿਆ ਹੈ। ਮੇਰਾ ਅਖੀਰਲਾ ਸਵਾਲ ਹੈ ਵੀ ਅੱਜ ਦਾ ਜਿਹੜਾ ਜਥੇਦਾਰ ਹੈ ਉਹਦੇ ਮਾਣ ਸਨਮਾਨ ਨੂੰ ਠੇਸ ਕਿਉਂ ਪਹੁੰਚ ਰਹੀ ਹੈ? ਅੱਜ ਕਿਉਂ ਉਹਨੂੰ ਚੁਣੌਤੀ ਮਿਲ ਰਹੀ ਹੈ ਜਥੇਦਾਰ ਨੂੰ? ਇਹਦੇ ਪਿੱਛੇ ਕੀ ਕਾਰਨ ਹੈ? ਮੇਰਾ ਇਹ ਤੁਹਾਨੂੰ ਸਵਾਲ ਹੈ ਜੀ। ਭਾਈ ਦਿਲਬਾਗ ਸਿੰਘ ਜੀ, ਸਵਾਲ ਤੁਸੀਂ ਬਹੁਤ ਵਧੀਆ ਕੀਤਾ ਹੈ। ਅੱਜ ਮੈਂ ਬਦਕਿਸਮਤੀ ਕਹਾਂਗਾ ਕਿ ਪਿਛਲੇ ਤਕਰੀਬਨ 10-20 ਸਾਲਾਂ ਤੋਂ ਇੱਕ ਵਿਗਾੜ ਆਇਆ ਹੈ ਸਾਡੇ ਵਿੱਚ, ਕਿਉਂਕਿ ਅੱਜ ਤੱਕ ਕਿਸੇ ਬੰਦੇ ਨੇ ਹਿੰਮਤ ਨਹੀਂ ਕੀਤੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਹੋਇਆ ਹੋਵੇ ਤੇ ਉਹਨੂੰ ਨਾ ਮੰਨਿਆ ਹੋਵੇ, ਨਾ ਮੰਨਿਆ, ਬਿਲਕੁਲ ਉਹਦਾ ਵਿਰੋਧ ਕੀਤਾ ਹੋਵੇ। ਪਰ ਪਿਛਲੇ 10-20 ਸਾਲਾਂ ਤੋਂ ਕੁਝ ਇਸ ਤਰ੍ਹਾਂ ਦੇ ਫਰਮਾਨ ਜਾਰੀ ਹੋਏ ਜਿਹਦਾ ਹਰ ਇੱਕ ਫਰਮਾਨ ਦਾ ਵਿਰੋਧ ਹੋਇਆ। ਉਹ ਵਿਰੋਧ ਕਿਉਂ ਹੋਇਆ? ਉਹਦੇ ਵਿਰੋਧ ਹੋਣ ਦਾ ਕਾਰਨ ਸੀ ਕਿ ਉਹ ਕੁਝ ਧਿਰਾਂ ਦੇ ਦਬਾਅ ਅਧੀਨ, ਉਹਨਾਂ ਨੂੰ ਅਸੀਂ ਹੁਕਮਨਾਮੇ ਨਹੀਂ ਕਹਿ ਸਕਦੇ, ਕਿਉਂਕਿ ਹੁਕਮਨਾਮਾ ਜਿਹੜਾ ਕਿਸੇ ਦਬਾਅ ਦੇ ਅਧੀਨ ਲਾਗੂ ਨਹੀਂ ਕੀਤਾ ਜਾ ਸਕਦਾ। ਅਸੀਂ ਉਹਨਾਂ ਨੂੰ ਹੁਕਮਨਾਮੇ ਨਹੀਂ ਕਹਿ ਸਕਦੇ। ਕੁਝ ਬੰਦਿਆਂ ਦਾ ਜਥੇਦਾਰ ਉੱਤੇ ਦਬਾਅ ਸੀ ਤੇ ਦਬਾਅ ਦੇ ਅਧੀਨ ਉਹਨਾਂ ਨੇ ਆਪਣੀ ਗੱਲ ਜਥੇਦਾਰ ਦੇ ਮੋਢੇ ਦੇ ਉੱਤੇ ਰੱਖ ਕੇ ਗੋਲੀਆਂ ਚਲਾਈਆਂ। ਉਹਨਾਂ ਨੇ ਵੀ ਆਪਣੀ ਗੱਲ ਉਹਨਾਂ ਨੇ ਜਥੇਦਾਰਾਂ ਦੇ ਮੂੰਹ ਦੇ ਵਿੱਚੋਂ ਕਹਾਈ। ਹੁਣ ਜਿਹੜੀ ਜਥੇਦਾਰ ਮੰਨ ਲਓ, ਜੇ ਅਸੀਂ ਮੰਨ ਵੀ ਲੈਂਦੇ ਹਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ, ਬਾਕੀ ਜਿਹੜੇ 4 ਤਖਤ ਹੋਂਦ ਵਿੱਚ ਆਏ ਉਹਨਾਂ ਤਖਤਾਂ ਦੀ ਹੋਂਦ ਨਹੀਂ ਸੀ ਸਾਡੇ ਵਿੱਚ। ਠੀਕ ਹੈ, ਸਾਨੂੰ ਇੱਕੋ ਇੱਕ ਤਖਤ ਇਸ ਤਰ੍ਹਾਂ ਦਾ ਹੈ ਜਿਹਦੇ ਨਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਲੱਗਦਾ, ਤਖਤ ਲੱਗਦਾ। ਬਾਕੀ ਕੋਈ ਵੀ 4 ਤਖਤਾਂ ਵਿੱਚੋਂ ਇਦਾਂ ਦਾ ਸਥਾਨ ਨਹੀਂ ਆ ਜਿਨ੍ਹਾਂ ਦੇ ਨਾਲ ਤਖਤ ਲੱਗਦਾ ਹੋਵੇ। ਤੇ ਕਹਿਣ ਵਾਲੇ ਇਹ ਕਹਿੰਦੇ ਨੇ ਵੀ ਵੇਖੋ, ਅਸੀਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਖਤ ਹੈ ਤੇ ਉਹ ਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਦੋਵਾਂ ਨੇ ਜੰਗਾਂ ਜੁੱਧਾਂ ਲੜੀਆਂ, ਕੌਮ ਦੇ ਅੰਦਰ ਚੜ੍ਹਦੀ ਕਲਾ ਪੈਦਾ ਕੀਤੀ ਤੇ ਅਸੀਂ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਹੋਣ ਕਰਕੇ ਇਹਨਾਂ ਨੂੰ ਤਖਤਾਂ ਦਾ ਦਰਜਾ ਦਿੱਤਾ। ਜਦ ਕਿ 1966 ਦੇ ਵੇਲੇ ਸਰਕਾਰਾਂ ਦੇ ਕੋਲੋਂ ਇਹਨਾਂ ਨੂੰ ਤਖਤ ਬਣਾਉਣ ਦੀ ਮਨਜ਼ੂਰੀ ਲਈ ਗਈ। ਠੀਕ ਹੈ, ਜਿਹਦੇ ਕਰਕੇ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਮਾਣ ਸੀ ਉਹਨੂੰ ਸੱਟ ਵੱਜੀ। ਜਦੋਂ ਅਸੀਂ ਕਿਸੇ ਚੀਜ਼ ਨੂੰ ਵੰਡ ਦਾਂਗੇ, ਫਿਰ ਹੁਣ ਮੇਰੇ ਤੁਹਾਡੇ ਕਿਸੇ ਬੰਦੇ ਦੂਜੇ ਬੰਦੇ ਨਾਲ ਵਿਚਾਰ ਨਾ ਮਿਲਣ, ਜਾਂ 4 ਬੰਦੇ ਜਿਹੜੇ ਨੇ ਉਹ ਹੋਣ ਜਿਹੜੇ ਕਿਸੇ ਤਾਕਤ ਧਿਰ ਦੇ ਬੰਦੇ ਨੇ, ਉਹਨਾਂ ਬੰਦਿਆਂ ਦੀ ਗੱਲ ਤੇ ਫਿਰ ਇੱਕ ਬੰਦੇ ਨੂੰ ਮੰਨਣੀ ਪੈਗੀ। ਮੈਂ ਇੱਕ ਮਿੰਟ ਤੁਹਾਡੀ ਗੱਲ ਰੋਕਦਾ। ਇਸ ਤਰ੍ਹਾਂ ਹੀ ਲੱਗ ਰਿਹਾ ਵੀ ਜਿਵੇਂ ਸਾਡਾ ਜੇ ਆਪਾਂ ਸਮਾਜ ਤੌਰ ਤੇ ਵੇਖੀਏ, ਸਾਡੀ ਸੁਪਰੀਮ ਇੱਕ ਹਾਈ ਕੋਰਟ ਹੈ, ਉਹ ਇੱਕੋ ਹੀ ਹੈ। ਬਿਲਕੁਲ, ਠੀਕ ਹੈ ਜੀ, ਉਹਨੂੰ 2 ਵਾਰੀ ਬਣਾਇਆ ਗਿਆ। ਇਹ ਵੀ ਅਕਾਲ ਤਖਤ ਸਾਡੀ ਸੁਪਰੀਮ ਸੀ, ਹਾਈ ਕੋਰਟ ਸੀ। ਕਿਤੇ ਨਾ ਕਿਤੇ ਇਹਦੇ ਸਿਧਾਂਤ ਨੂੰ ਤੋੜਨ ਵਾਸਤੇ ਜਾਂ ਇਹਦੀ ਕਿਤੇ ਨਾ ਕਿਤੇ ਕਹਿ ਲਈਏ ਵੀ ਇਹਨੂੰ ਠੇਸ ਪਹੁੰਚਾਉਣ ਵਾਸਤੇ, ਕਿਤੇ ਨਾ ਕਿਤੇ ਸਾਨੂੰ ਜਿਹੜਾ ਢਾਹ ਲਾਉਣ ਵਾਸਤੇ ਸਾਡੀ ਵੰਡ ਪਾਏਗੀ। ਤੁਹਾਡਾ ਮਤਲਬ ਇਹੀ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ। ਇਸੇ ਤਰ੍ਹਾਂ ਹੀ ਹੁੰਦਾ ਵੀ ਜਦੋਂ ਕਿਸੇ ਚੀਜ਼ ਨੂੰ ਕਮਜ਼ੋਰ ਕਰਨਾ ਹੋਵੇ ਨਾ, ਤੇ ਉਹਦੇ ਬਰਾਬਰ ਕੋਈ ਉੱਦਾਂ ਦੀ ਦੂਜੀ ਚੀਜ਼ ਖੜੀ ਕਰ ਦਿਓ। ਬਿਲਕੁਲ, ਜਿਹਦੇ ਨਾਲ ਕੀ ਹੋਏਗਾ ਵੀ ਉਹਦਾ ਜਿਹੜਾ ਮਾਨ ਸਨਮਾਨ ਆ ਉਹ ਆਪਣੇ ਆਪ ਘਟ ਜਾਏਗਾ। ਇਹੀ ਕੁਝ ਹੋਇਆ ਗਿਆ ਵੀ ਅਕਾਲ ਤਖਤ ਸਾਹਿਬ ਦੇ ਮਾਨ ਸਤਿਕਾਰ ਨੂੰ ਘੱਟ ਕਰਨ ਵਾਸਤੇ ਬਾਕੀ ਤਖਤ ਹੋਂਦ ਵਿੱਚ ਲਿਆਂਦੇ ਗਏ। ਉਹਨਾਂ ਉੱਤੇ ਉਹ ਬੰਦੇ ਬਿਠਾਏ ਗਏ ਜਿਹੜੇ ਕੁਝ ਤਾਕਤਵਰ ਧਿਰਾਂ ਦੇ ਆਪਣੇ ਸਨ। ਪਿੱਛੇ ਜੇ ਝੂਠੇ ਸੌਦੇ ਵਾਲੇ ਸਾਧ ਨੂੰ ਜਿਹੜਾ ਮਾਫੀਨਾਮਾ ਦਿੱਤਾ ਗਿਆ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੋਲ ਤੇ ਸੀ। ਪਰ ਜਿਹੜੀ ਉਹ ਚਿੱਠੀ ਲੈ ਕੇ ਆਉਂਦੇ ਨੇ, ਉਹ ਕਿਤੇ ਹੋਰ ਤਖਤ ਦੇ ਜਿਹੜੇ ਜਥੇਦਾਰ ਨੇ ਉਹ ਲੈ ਕੇ ਆਉਂਦੇ ਨੇ। ਹੁਣ ਉਹ 4 ਬੰਦੇ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਦਬਾਅ ਬਣਾ ਲੈਣਗੇ, ਜਾਂ ਤੇ ਕੌਮ ਨੂੰ ਤਮਾਸ਼ਾ ਵਿਖਾਇਆ ਜਾਏਗਾ ਤੇ ਜਾਂ ਜਥੇਦਾਰ ਜਿਹੜਾ ਹੈ ਜਾਂ ਉਹਨਾਂ ਚੋਂ ਦੀਆਂ ਗੱਲਾਂ ਨੂੰ ਮੰਨ ਕੇ ਉਸ ਚੀਜ਼ ਨੂੰ ਲਾਗੂ ਕਰੇਗਾ। ਸਾਨੂੰ ਚਾਹੀਦਾ ਇਹ ਹੈ ਕੌਮ ਨੂੰ ਵੀ ਕੌਮ ਜਿਹੜੀ ਹੈ, ਜੇ ਅਕਾਲ ਤਖਤ ਸਾਹਿਬ ਇੱਕ ਹੈ, ਉਹਨੂੰ ਇੱਕ ਹੀ ਰਹਿਣ ਦਿੱਤਾ ਜਾਵੇ। ਬਾਕੀ ਜਿਹੜੇ ਤਖਤ ਹੈ ਉਹਨਾਂ ਤਖਤਾਂ ਦੇ ਬਾਰੇ ਕੁਝ ਨਾ ਕੁਝ ਸੋਚਿਆ ਜਾਏ, ਕਿਉਂਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਨੂੰ ਪਾੜਨ ਦਾ ਯਤਨ ਕਰਾਂਗੇ, ਉਹਦੀ ਮਾਨ ਮਰਜ਼ਾਦਾ ਤੇ ਸਤਿਕਾਰ ਘਟੇਗਾ। ਅੱਜ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਮਾਨ ਘਟਿਆ, ਘਟਣ ਦਾ ਕਾਰਨ ਇਹ ਹੈ ਵੀ ਤਖਤਾਂ ਨੂੰ ਪਾੜ ਦਿੱਤਾ ਗਿਆ। ਉਹ ਬੰਦੇ ਬੈਠੇ ਨੇ ਤਖਤਾਂ ਦੇ ਉੱਤੇ ਜਿਨ੍ਹਾਂ ਦੀ ਵਿਚਾਰ ਹੀ ਨਹੀਂ ਮਿਲਦੀ, ਜਿਨ੍ਹਾਂ ਦੇ ਉੱਤੇ ਕਿਤੇ ਨਾ ਕਿਤੇ ਉਹ ਵਿਚਾਰਧਾਰਾ ਲਾਗੂ ਹੋ ਰਹੀ ਹੈ ਜਾਂ ਉਸ ਵਿਚਾਰਧਾਰਾ ਦੇ ਅਧੀਨ ਉਹ ਜ਼ਿੰਦਗੀ ਬਸਰ ਕਰ ਰਹੇ ਨੇ, ਜਿਹੜੇ ਜਾਂ ਤੇ ਦਿੱਲੀ ਬੈਠੇ ਨੇ ਜਾਂ ਕਿਤੇ ਨਾਗਪੁਰ ਬੈਠੇ ਨੇ। ਉੱਥੋਂ ਫਰਮਾਨ ਜਾਰੀ ਹੁੰਦੇ ਨੇ, ਉਹ ਉਹਨਾਂ ਕੋਲ ਆਉਂਦੇ ਨੇ ਤੇ ਉਹ ਗਾਂ ਫਿਰ ਜਦੋਂ ਅਕਾਲ ਤਖਤ ਸਾਹਿਬ ਪਹੁੰਚਾਉਂਦੇ ਨੇ ਤੇ ਫਿਰ ਉੱਥੇ ਜਿੱਦਾਂ ਮਰਜ਼ੀ ਸੂਝਵਾਨ ਬੰਦਾ ਆ ਜਾਏ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਬੜੇ ਵਧੀਆ ਫੈਸਲੇ ਲੈ ਰਹੇ ਨੇ, ਬੜਾ ਸੂਝਵਾਨ ਜਥੇਦਾਰ ਸਾਡੀ ਕੌਮ ਨੂੰ ਮਿਲਿਆ ਹੈ। ਪਰ ਜਦੋਂ ਉਹ ਜਥੇਦਾਰ ਤਨਖਾਹ ਦੇ ਉੱਤੇ ਡਿਪੈਂਡ ਹੋਏਗਾ,
ਉਸ ਜਥੇਦਾਰ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੋਏਗੀ ਬਿਲਕੁਲ। ਤੇ ਕੌਮ ਕਵੇ ਵੀ ਜਥੇਦਾਰ ਕੋਈ ਫੈਸਲਾ ਨਹੀਂ ਲੈਂਦਾ, ਕੌਮ ਫਿਰ ਜਥੇਦਾਰ ਦਾ ਸੋਚ ਲੇ, ਹਾਂ। ਜਥੇਦਾਰ ਕੌਮ ਦਾ ਸੋਚ ਲੇ। ਸੋਚ ਲੈ ਬਿਲਕੁਲ। ਤੁਸੀਂ ਇਹ ਕਹਿੰਦੇ ਹੋ ਵੀ ਅਕਾਲੀ ਫੂਲਾ ਸਿੰਘ ਪੈਦਾ ਹੋਵੇ, ਬਿਲਕੁਲ ਪਰ ਅਕਾਲੀ ਫੂਲਾ ਸਿੰਘ ਨੂੰ ਜਿੱਦਾਂ ਦੀ ਸਪੋਰਟ ਸੀ ਬਿਲਕੁਲ ਉਹ ਸਪੋਰਟ ਵੀ ਪੰਥ ਨੂੰ ਦਵੇ ਨਾ। ਬਿਲਕੁਲ ਜੇ ਅਸੀਂ ਹਰਪ੍ਰੀਤ ਸਿੰਘ ਜਥੇਦਾਰ ਨੂੰ ਉਹ ਅਕਾਲੀ ਫੂਲਾ ਸਿੰਘ ਵਾਲੀ ਸਪੋਰਟ ਦਵਾਂਗੇ ਤੇ ਸ਼ਾਇਦ ਇਹ ਉਹ ਫੈਸਲੇ ਲੈਣ ਦੇ ਕਾਬਿਲ ਹੋ ਸਕੇ। ਬਿਲਕੁਲ ਅੱਜ ਜਿਹੜੀ ਸਾਡੀ ਕੌਮ ਖਤਰੇ ਵਿੱਚੋਂ ਲੰਘ ਰਹੀ ਹੈ, ਸਾਡਾ ਨੌਜਵਾਨ ਵਰਗ ਸਿੱਖੀ ਤੋਂ ਦੂਰ ਜਾ ਰਿਹਾ ਹੈ, ਬਿਲਕੁਲ। ਉਹ ਨੌਜਵਾਨ ਇੱਕ ਜਥੇਦਾਰ ਨੇ, ਸ਼ਾਇਦ ਸਭ ਤੋਂ ਘੱਟ ਏਜ ਵਾਲੇ ਜਥੇਦਾਰ ਜਿਹੜੇ ਨੇ ਤੇ ਇੰਨੇ ਪੜ੍ਹੇ ਲਿਖੇ ਜਥੇਦਾਰ ਪੜ੍ਹੇ ਲਿਖੇ। ਸਾਨੂੰ ਅੱਜ ਕੌਮ ਨੂੰ ਮਿਲੇ ਨੇ। ਤੇ ਪਰ ਜਦੋਂ ਕੌਮ ਆ ਕੇ ਕਿਤੇ ਆਪਣੇ ਪਰਿਵਾਰ ਦੀਆਂ ਮੁਸ਼ਕਲਾਂ ਵਿੱਚ ਫਸ ਜਾਂਦਾ ਹੈ ਜਥੇਦਾਰ, ਤੇ ਜਦੋਂ ਜਥੇਦਾਰ ਨੂੰ ਆਪਣੀ ਤਨਖਾਹ ਦੀ ਚਿੰਤਾ ਹੁੰਦੀ ਹੈ, ਬਿਲਕੁਲ। ਫਿਰ ਉਹ ਜਥੇਦਾਰ ਨੂੰ ਮਜਬੂਰੀ ਬਸ ਆਪਣੀ ਆਕਾ ਤੇ ਆਪਣੀ ਧਿਰ ਨੂੰ ਖੁਸ਼ ਕਰਨ ਵਾਸਤੇ ਬਿਲਕੁਲ। ਫੈਸਲੇ ਲੈਣੇ ਪੈਂਦੇ ਨੇ। ਫਿਰ ਅਸੀਂ ਕਹਿੰਦੇ ਆ ਵੀ ਜਥੇਦਾਰ ਨੇ ਗਲਤ ਕਰਤਾ। ਗਲਤ ਕਰ ਭਾਜੀ ਗਲਤ ਤਾਂ ਉਹ ਕਰ ਰਿਹਾ ਹੈ ਕਿਉਂਕਿ ਉਹਦਾ ਪਰਿਵਾਰ ਹੈ। ਪਰਿਵਾਰ ਤੁਸੀਂ ਉਹਦੇ ਪਰਿਵਾਰ ਨੂੰ ਸੰਭਾਲ ਲਓ, ਤੁਸੀਂ ਉਹਦੀ ਜ਼ਿੰਦਗੀ ਦੀ ਚਿੰਤਾ ਕਰ ਲਓ, ਬਿਮਾਰੀ ਡਾਕਟਰੀ ਜੇ ਉਹਨੂੰ ਲੋੜ ਪੈਂਦੀ ਹੈ ਡਾਕਟਰੀ ਸਾਰੀਆਂ ਹੈਲਪ ਸੁੱਖ ਦੀ ਸਹੂਲਤਾਂ ਦੀ ਪੰਥ ਸਾਂਭ ਲਵੇ, ਪੰਥ ਸਾਹਮਣੇ ਤੇ ਮੈਨੂੰ ਉਹ ਲੱਗਦਾ ਫੈਸਲੇ ਵੀ ਲਏਗਾ। ਜਿਹੜਾ ਜਥੇਦਾਰ ਉਹ ਸਾਡੇ ਹੱਕ ਦੇ ਵਿੱਚ ਪੂਰਾ ਬਿਲਕੁਲ। ਪੰਥ ਦੇ ਵਿੱਚ ਉਤਰ ਸਕਦਾ, ਖਰਾ ਉਤਰ ਬਿਲਕੁਲ। ਸਕਦਾ। ਬਿਲਕੁਲ ਠੀਕ ਹੈ ਜੀ। ਸੋ ਮੈਂ ਅਖੀਰ ਤੇ ਤੁਹਾਨੂੰ ਇੱਕ ਇਹੀ ਬੇਨਤੀ ਕਰੂੰਗਾ ਵੀ ਤੁਹਾਡਾ ਜੋ ਆਪਾਂ ਵਿਚਾਰ ਚਰਚਾ ਕੀਤੀ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ, ਸਾਡੀ ਪੰਥ ਨੂੰ ਦੇਣ ਕੀ ਹੈ, ਜਥੇਦਾਰ ਦਾ ਅਸਲ ਰੋਲ ਕੀ ਹੈ, ਤੇ ਜਾਂ ਅੱਜ ਕਿਤੇ ਨਾ ਕਿਤੇ ਜਿਹੜਾ ਕਮੀਆਂ ਪੇਸ਼ੀਆਂ ਸਾਨੂੰ ਨਜ਼ਰ ਆ ਰਹੀਆਂ ਨੇ, ਇਹਨਾਂ ਦੇ ਬਾਰੇ ਤੁਸੀਂ ਸਾਨੂੰ ਟੂਕ ਮਾਤਰ ਅਖੀਰ ਦੇ ਉੱਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਪੰਥ ਜਿਹੜਾ ਉਹਦੇ ਵਾਸਤੇ ਤੁਸੀਂ ਕੀ ਸੁਨੇਹਾ ਸੰਗਤ ਵਾਸਤੇ ਕੀ ਸੁਨੇਹਾ ਲਾਉਣਾ? ਮੈਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਅਕਾਲ ਤਖਤ ਸਾਡੀ ਸੁਪਰੀਮ ਪਾਵਰ ਹੈ ਤੇ ਜਿਹੜਾ ਵੀ ਉੱਥੋਂ ਫੈਸਲਾ ਆਉਂਦਾ ਹੈ ਉਹ ਫੈਸਲਾ ਕਿਵੇਂ ਦਾ ਹੈ, ਜੇ ਚੰਗਾ ਹੈ, ਉੱਥੋਂ ਅਕਾਲ ਤਖਤ ਸਾਹਿਬ ਜਿਹੜੀ ਸਿੱਖ ਰਹਿਤ ਮਰਜ਼ਾਦਾ ਲਾਗੂ ਹੋਈ ਹੈ, ਬਿਲਕੁਲ ਉਸ ਸਿੱਖ ਰਹਿਤ ਮਰਜ਼ਾਦਾ ਨੂੰ ਅਸੀਂ ਆਪਣੇ ਧਾਰਮਿਕ ਸਥਾਨਾਂ ਵਿੱਚ ਲਾਗੂ ਕਰੀਏ ਬਿਲਕੁਲ ਤੇ ਉਸ ਅਕਾਲ ਤਖਤ ਦੀ ਰਹਿਤ ਮਰਜ਼ਾਦਾ ਦੇ ਮੁਤਾਬਕ ਗੁਰਦੁਆਰਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਕਾਰਜ ਕਰਨ ਦਾ ਯਤਨ ਕਰੀਏ। ਬਿਲਕੁਲ। ਜਿੱਦਣ ਅਸੀਂ ਆਪਣੇ ਘਰਾਂ ਦੇ ਅੰਦਰ ਅਕਾਲ ਤਖਤ ਤੋਂ ਲਾਗੂ ਹੋਈ ਰਹਿਤ ਮਰਜ਼ਾਦਾ ਬਿਲਕੁਲ ਆਪਣੇ ਧਾਰਮਿਕ ਸਥਾਨਾਂ ਵਿੱਚ ਘਰਾਂ ਦੇ ਵਿੱਚ ਲਾਗੂ ਕਰ ਲਈ, ਬਿਲਕੁਲ ਕਿਤੇ ਨਾ ਕਿਤੇ ਕੌਮ ਏਕਤਾ ਦੇ ਸੂਤਰ ਵਿੱਚ ਵੱਜੇਗੀ। ਅੱਜ ਲੋੜ ਹੈ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇਕੱਤਰ ਹੋਣ ਦੀ। ਬੰਦੇ ਮਾੜੇ ਹੋ ਸਕਦੇ ਨੇ, ਤਖਤ ਮਾੜਾ ਨਹੀਂ ਹੈ। ਤਖਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਣਾਇਆ ਹੋਇਆ ਹੈ ਤੇ ਸਾਡੀ ਸੁਪਰੀਮ ਪਾਵਰ ਹੈ। ਬੰਦੇ ਉੱਥੇ ਸਮੇਂ ਮੁਤਾਬਕ ਕਿਤੇ ਨਾ ਕਿਤੇ ਗਲਤ ਆ ਸਕਦੇ ਨੇ। ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਅਸੀਂ ਬਹਾਲ ਕਰਨ ਦਾ ਯਤਨ ਕਰੀਏ, ਕਿਤੇ ਨੀਵਾਂ ਕਰਨ ਦਾ ਯਤਨ ਨਾ ਕਰੀਏ। ਜੇ ਅਸੀਂ ਕਿਤੇ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਨਾ ਸਾਂਭਿਆ, ਉਹਦੀ ਮਾਨ ਤੇ ਸਤਿਕਾਰ ਨੂੰ ਬਹਾਲ ਨਾ ਕੀਤਾ ਤੇ ਆਉਣ ਵਾਲੇ ਸਮੇਂ ਅੰਦਰ ਸਾਡੀ ਜਨਰੇਸ਼ਨ ਸਾਨੂੰ ਲਾਹਨਤਾਂ ਪਾਏਗੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ। ਹਾਂਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਭਾਈ ਜਗਜੀਤ ਸਿੰਘ ਜੀ ਨੇ ਜੋ ਅੱਜ ਦਾ ਸਾਡਾ ਵਿਸ਼ਾ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ, ਉਹਦੇ ਬਾਬਤ ਚਾਨਣਾ ਪਾਉਣਾ ਕੀਤਾ ਹੈ। ਮੈਂ ਵੀ ਆਪ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾ ਹਾਂ, ਆਓ ਸਾਰਾ ਪੰਥ ਰਲ ਕੇ ਆਪਾਂ ਜੋ ਅਕਾਲ ਤਖਤ ਸਾਹਿਬ ਜੀ ਸਾਨੂੰ ਦੇਣ ਹੈ, ਉਹਦਾ ਜੋ ਸਾਧੂ ਉਪਦੇਸ਼ ਹੈ, ਉਹਦੇ ਝੰਡੇ ਥੱਲੇ ਇਕੱਠੇ ਹੋਈਏ ਤਾਂ ਕਿ ਸਾਰਾ ਪੰਥ ਇੱਕ ਪੰਥ ਵਿੱਚ ਹੋ ਕੇ ਤੇ ਗੁਰੂ ਪਾਤਸ਼ਾਹ ਦੀ ਚੜ੍ਹਦੀ ਕਲਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕਰ ਸਕੇ। ਆਪਣੀਆਂ ਵੰਡੀਆਂ ਆਪਣੀਆਂ ਧਿਰਾਂ ਤੋਂ ਉੱਪਰ ਉੱਠ ਕੇ ਆਪਾਂ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੋਈਏ ਤਾਂ ਕਿ ਸਾਡੇ ਸਭਨਾਂ ਦਾ ਜਿਹੜਾ ਹੈ ਉਹ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਨਾਲ ਬਤੀਤ ਹੋ ਸਕਦਾ। ਮੈਂ ਅਖੀਰ ਦੇ ਵਿੱਚ ਫਿਰ ਇੱਕ ਵਾਰ ਭਾਈ ਜਗਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਦਾਸ ਕੋਲੋਂ ਸੇਵਾ ਕਰਦਿਆਂ ਇਹ ਵਿਚਾਰ ਚਰਚਾ ਸਾਡੇ ਕੋਲ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਸਾਰੀ ਸੰਗਤ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।